ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਚੌਥਾ। ਇਹ ਮਨੁਆ ਦਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ। ਕਿਉ ਸਾਸ ਗਿਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿਤ। ਮਰਨ ਜੀਵਨ ਕੀ ਚਿੰਤਾ ਗਈ, ਇਹੋ ਜੀੜਾ ਹਰ ਪ੍ਰਵਸ। ਜਿਉ ਭਾਵੈ ਤਿਉ ਰੱਖ ਤੂੰ, ਜਨ ਨਾਨਕ ਨਾਮ ਬਖਸ਼। ਮਹੱਲਾ ਤੀਜਾ। ਮਨ ਮੁਖ ਹੰਕਾਰੀ ਮਹਿਲ ਨ ਜਾਣੈ, ਖਿਨ ਆਗੈ ਖਿਨ ਪਿਛੈ। ਸਦਾ ਬੁਲਾਈਐ ਮਹਿਲ ਨ ਆਵੈ, ਕਿਉ ਕਰ ਦਰਗਹਿ ਸਿਜੈ। ਸਤਿਗੁਰ ਕਾ ਮਹਿਲ ਵਿਰਲਾ ਜਾਣੈ, ਸਦਾ ਰਹੇ ਕਰ ਜੋੜ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਪੌੜੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੈ। ਜਾ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਬਾਣਾ ਮੰਨਿਆ, ਤਿਨ ਚੜੀ ਚਵਗਣ ਵੰਨੈ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਪਿੰਨੇ। ਤੂੰ ਚਾਉ ਸੱਜਣ ਮੈਂਡਿਆ, ਦੇਈ ਸਿਸਿ ਉਤਾਰ। ਨੈਣ ਮੋਹੰਜੀ ਤਰਸ ਦੇ, ਕਦ ਪਸੀ ਦੀਦਾਰ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ। ਸਮਰੱਥ ਗੁਰੂ ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ, ਗਿਆਨ ਦੇ ਸਾਗਰ ਬਾਣੀ ਕੇ ਬੋਇਦ। ਸਤਿਗੁਰਾਂ ਦੀ ਜੋਤ, ਭਗਤਾਂ ਪਿਆਰਿਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸਾਧ ਸੰਗਤ ਜੀ, ਜੁੜਨ ਦਾ ਸਮਾਂ ਮੌਕਾ ਮਹਾਰਾਜ ਜੀ ਨੇ ਬਖਸ਼ਿਆ। ਸੋ ਕੋਟਾਨ ਕੋਟ ਸਤਿਗੁਰੂ ਦਾ ਸ਼ੁਕਰਾਨਾ। ਇਸ ਕਲਯੁਗ ਦੀ ਵਗਦੀ ਹੋਈ ਤੱਤੀ ਹਵਾ ਦੇ ਵਿੱਚੋਂ ਸਾਨੂੰ ਬਚਾ ਕੇ ਆਪਣੀ ਨਿੱਘੀ ਪਿਆਰੀ ਗੋਦ, ਸਾਡੇ ਔਗਣਾਂ ਨੂੰ ਬਖਸ਼ ਕੇ ਆਪਣੇ ਚਰਨ ਕਮਲ, ਆਪਣੀ ਅਸੀਸ, ਆਪਣਾ ਪਿਆਰ, ਆਪਣੀ ਮਿਹਰ, ਆਪਣੀ ਕਿਰਪਾ ਦੇ ਪਾਤਰ ਮਹਾਰਾਜ ਜੀ ਸਾਨੂੰ ਬਣਾ ਰਹੇ ਹਨ। ਬਹੁਤ ਬਖਸ਼ਿਸ਼ ਕਿਰਪਾ ਹੈ ਸਤਿਗੁਰ ਪਾਤਸ਼ਾਹ। ਸੋ ਸਤਿਗੁਰੂ ਮਹਾਰਾਜ ਜੀ ਦਾ ਫਰਮਾਨ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ। ਮਹਾਰਾਜ ਜੀ ਤੋਂ ਆ ਕੇ ਅਸੀਂ ਐਸੀ ਮਤ ਲਈ ਅਰਦਾਸ ਕਰਨੀ, ਐਸੀ ਸੋਝੀ ਮੰਗਣੀ, ਜਿਸ ਮਤ ਦੇ ਅਨੁਸਾਰ
ਗੁਰੂ ਨੂੰ ਹੀ ਯਾਦ ਕਰੀਏ, ਗੁਰੂ ਦੇ ਨਾਮ ਨੂੰ ਹੀ ਯਾਦ ਕਰੀਏ, ਔਰ ਗੁਰੂ ਦੀ ਯਾਦ ਜਿਹੜੀ ਹੈ ਉਹ ਸਦਾ ਬਣੀ ਰਹੇ। ਸਦਾ ਹੀ ਗੁਰੂ ਨੂੰ ਧਿਆਉਂਦੇ ਰਹੀਏ, ਯਾਦ ਕਰਦੇ ਰਹੀਏ। ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਇੱਦਾਂ ਦੇ ਵਿਚਾਰ ਜਿਹੜੇ ਹਨ ਅੰਦਰ ਪੈਦਾ ਹੁੰਦੇ ਰਹਿਣ ਪਈ। ਅਸੀਂ ਸਤਿਗੁਰੂ ਨੂੰ ਮਿਲਣਾ, ਸਤਿਗੁਰੂ ਨੂੰ ਸੁਣਨਾ, ਸਤਿਗੁਰੂ ਨੂੰ ਗਾਉਣਾ, ਇਹ ਸਾਰੀਆਂ ਚੀਜ਼ਾਂ ਸਾਡੇ ਅੰਦਰ ਚਾਉ ਦੇ ਰੂਪ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ। ਗੁਰੂ ਦਾ ਨਾਮ ਜਦੋਂ ਹੀ ਆ ਜਾਵੇ ਤੇ ਮਨ ਵਿੱਚ ਚਾਅ ਚੜ ਜਾਣਾ ਚਾਹੀਦਾ। ਜਿਵੇਂ ਇੱਕ ਧੀ ਨੂੰ ਆਪਣੇ ਬਾਬਲ ਦੇ ਬਾਰੇ ਸੁਣ ਕੇ ਸਹੁਰਿਆਂ ਦੇ ਘਰ ਧੀ ਬੈਠੀ ਹੋਵੇ ਤੇ ਪੇਕਿਆਂ ਤੋਂ ਉਹਦਾ ਪਿਤਾ ਜਾਂ ਮਾਂ ਆਵੇ, ਕੋਈ ਉਸ ਨੂੰ ਦੱਸ ਦੇਵੇ ਵੀ ਤੇਰਾ ਪਿਤਾ ਆਇਆ ਹੈ, ਤੇਰੀ ਮਾਤਾ ਆਈ ਹੈ, ਜਾਂ ਤੇਰਾ ਭਾਈ ਭਰਾ ਆਇਆ ਹੈ, ਉਸ ਧੀ ਦੀ, ਬੇਟੀ ਦੀ, ਭੈਣ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਉਹਨੂੰ ਇੰਨਾ ਚਾਅ ਚੜ੍ਹਦਾ ਹੈ, ਉਹ ਆਪਣੇ ਮਨ ਵਿੱਚ ਇੰਨੀ ਖੁਸ਼ੀ ਮਹਿਸੂਸ ਕਰਦੀ ਹੈ, ਉਹ ਅੱਖਰਾਂ ਦੇ ਨਾਲ ਦੱਸ ਨਹੀਂ ਸਕਦੀ। ਸੋ ਗੁਰੂ ਦਾ ਚਾਅ ਵੀ ਇਹਦੇ ਨਾਲੋਂ ਵੀ ਵੱਧ ਹੋਣਾ ਚਾਹੀਦਾ। ਗੁਰੂ ਨੂੰ ਮਿਲਣ ਦਾ ਚਾਅ ਹੋਣਾ ਚਾਹੀਦਾ ਹੈ, ਗੁਰੂ ਨੂੰ ਸੁਣਨ ਦਾ ਚਾਅ ਹੋਣਾ ਚਾਹੀਦਾ ਹੈ, ਗੁਰੂ ਨੂੰ ਗਾਉਣ ਦਾ ਚਾਅ ਹੋਣਾ ਚਾਹੀਦਾ ਹੈ। ਤੇ ਫਿਰ ਗੁਰੂ ਵੀ ਸਾਡੇ ਸਾਰੇ ਚਾਅ ਪੂਰੇ ਕਰੇਗਾ। ਧਿਆਨ ਦੇਣਾ, ਜਦੋਂ ਅਸੀਂ ਕਿਸੇ ਨੂੰ ਚਾਅ ਦੇ ਨਾਲ ਮਿਲਾਂਗੇ, ਚਾਅ ਦੇ ਨਾਲ ਮਿਲਾਂਗੇ, ਤੇ ਉਹ ਵੀ ਸਾਡੀ ਭਾਵਨਾ ਬੜੇ ਚਾਅ ਦੇ ਨਾਲ ਪੂਰੀ ਕਰੇਗਾ। ਸੋ ਆਓ ਗੁਰੂ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ। ਲੜੀਵਾਰ ਸ਼ਬਦ ਦੀ ਵਿਚਾਰ ਜੋ ਹੈ ਆਰੰਭ ਕਰਦੇ ਹਾਂ। ਗੁਰੂ ਰਾਮਦਾਸ ਮਹਾਰਾਜ ਦਾ ਪਾਵਨ ਪਵਿੱਤਰ ਸ਼ਬਦ, ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਸ਼ਲੋਕ ਮਹੱਲਾ ਚੌਥਾ। ਇਹ ਮਨੁਆ ਦ੍ਰਿੜ ਕਰ ਰੱਖੀ ਹੈ, ਗੁਰਮੁਖ ਲਾਈ ਹੈ ਚਿੱਤ। ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਹੜਾ ਸਾਡਾ ਸਤਸੰਗ ਹੈ ਜੀ ਮਨ ਹੈ, ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ ਵੀ ਇਸ ਮਨ ਨੂੰ ਪੱਕਾ ਕਰਕੇ ਭਾਈ ਗੁਰੂ ਦੇ ਕੋਲ ਆ। ਮਨ ਵਿੱਚ ਜੇ ਦ੍ਰਿੜਤਾ ਨਹੀਂ, ਮਨ ਜੇ ਪੱਕਾ ਨਹੀਂ, ਤੇ ਇਹ ਮਨ ਡੋਲਦਾ ਰਹੇਗਾ। ਡੋਲਦੀ ਹੋਈ ਕੋਈ ਵੀ ਚੀਜ਼ ਜਿਹੜੀ ਹੈ ਉਹ ਛੇਤੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੀ, ਜਾਂ ਕਰ ਹੀ ਨਹੀਂ ਸਕਦੀ। ਇਸ ਕਰਕੇ ਇੱਕ ਪੰਕਤੀ ਪੜ੍ਹੀ ਦੀ ਅਸੀਂ, ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ ਇਹ ਮਨੁਆ ਦ੍ਰਿੜ ਕਰ ਰੱਖੀ। ਇਸ ਪੰਕਤੀ ਦੀ ਵਿਆਖਿਆ ਬਹੁਤ ਵੱਡੀ ਹੋ ਸਕਦੀ ਹੈ ਵੀ ਮਨ ਨੂੰ ਪੱਕਾ ਤੇ ਦ੍ਰਿੜ ਕਰਕੇ ਰੱਖਣਾ, ਪਰ ਸੰਖੇਪ ਦੇ ਵਿੱਚ ਵਿਚਾਰ ਕਰਦੇ ਹਾਂ। ਬਾਕੀ ਪੰਕਤੀਆਂ ਦੀ ਵਿਚਾਰ ਵੀ ਕਰਨੀ ਹੈ। ਇਸ ਕਰਕੇ ਆਪਣੇ ਮਨ ਨੂੰ ਪੱਕਾ ਕਰਨਾ ਹੈ ਗੁਰੂ ਦੇ ਸ਼ਬਦ ਤੇ, ਗੁਰੂ ਦੇ ਉੱਪਰ ਭਰੋਸਾ ਰੱਖਣਾ, ਔਰ ਜੋ ਗੁਰੂ ਕਹਿੰਦਾ ਹੈ ਉਸ ਨੂੰ ਕਮਾਉਣਾ। ਤੇ ਮਨ ਨੂੰ ਕਦੀ ਵੀ ਕੱਚਾ ਨਹੀਂ ਰੱਖਣਾ, ਮਨ ਨੂੰ ਕਦੀ ਵੀ ਗੁਰੂ ਵੱਲੋਂ ਕਮਜ਼ੋਰ ਨਹੀਂ ਹੋਣ ਦੇਣਾ। ਚਾਹੇ ਜੈਸੀ ਮਰਜ਼ੀ ਹਾਲਤ ਤੇ ਹਾਲਾਤ ਬਣ ਜਾਣ, ਆਪਣੇ ਮਨ ਨੂੰ ਹਮੇਸ਼ਾ ਹੀ ਗੁਰੂ ਪ੍ਰਤੀ ਬਹੁਤ ਪੱਕਾ ਰੱਖਣਾ। ਕਿਉਂਕਿ ਕੱਚਾ ਮਨ ਜਿਹੜਾ ਹੁੰਦਾ, ਬਾਣੀ ਵਿੱਚ ਲਿਖਿਆ, ਉਹ ਟੁੱਟ ਜਾਂਦਾ ਹੈ। ਰਤੇ ਸਹੀ ਜੇ ਮੁੱਖ ਨਾ ਮੁੜਨ, ਜਿਨੀ ਸੰਜਾਤਾ ਸਾਈਂ। ਝੜ ਝੜ ਪਵਦੇ ਕੱਚੇ ਵਿਰਹੀ। ਉਹ ਝੜ ਜਾਂਦੇ ਨੇ ਜਿਹੜੇ ਕੱਚੇ ਹੁੰਦੇ ਹਨ, ਉਹ ਮੁੜ ਜਾਂਦੇ ਨੇ, ਉਹ ਹਟ ਜਾਂਦੇ ਨੇ। ਧਿਆਨ ਦੇਣਾ,
ਜਿਹੜੇ ਕੱਚੇ ਹੁੰਦੇ ਨੇ ਉਹ ਕੁਝ ਸਮਾਂ ਜਿਹੜੇ ਗੁਰੂ ਦੀ ਯਾਦ ਵਿੱਚ ਬਹਿੰਦੇ ਨੇ, ਗੁਰੂਦੁਆਰੇ ਵੀ ਆਉਂਦੇ ਨੇ, ਗੁਟਕੇ ਫੜ ਕੇ ਪਾਠ ਵੀ ਕਰਦੇ ਨੇ, ਸਹਿਜ ਪਾਠ ਵੀ ਕਰਦੇ ਹਨ। ਪਰ ਹੌਲੀ ਹੌਲੀ ਉਹ ਘਟਦੇ ਇੱਕ ਦਿਨ ਉਹ ਚੀਜ਼ ਨੂੰ ਖਤਮ ਕਰ ਦਿੰਦੇ ਨੇ। ਉਹਨਾਂ ਨੂੰ ਕਹਿੰਦੇ ਨੇ ਮਨ ਦੇ ਕੱਚੇ ਲੋਕ। ਮਤਲਬ ਜਦੋਂ ਮਨ ਨੇ ਆਖ ਦਿੱਤਾ ਬਈ ਇਹ ਕੰਮ ਕਰਨਾ ਤੇ ਤੁਰ ਪੈਣ, ਜਦੋਂ ਮਨ ਨੇ ਮਨਾ ਕਰ ਦਿੱਤਾ ਬਸ ਬਹੁਤ ਹੋ ਗਿਆ, ਹੁਣ ਕੋਈ ਜ਼ਰੂਰਤ ਨਹੀਂ, ਤੇ ਫਿਰ ਰੁਕ ਜਾਣ। ਇਹ ਮਨ ਦਾ ਹੁੰਦਾ ਕੱਚਾ ਇਨਸਾਨ। ਤੇ ਜੋ ਨਿਤਨੇਮੀ ਹੈ, ਜੋ ਪੱਕਾ ਹੈ, ਉਹਦੇ ਬਾਰੇ ਬਾਣੀ ਵਿੱਚ ਲਿਖਿਆ, ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਜਿਹੜਾ ਦ੍ਰਿੜ ਜਾਂ ਪੱਕੇ ਮਨ ਵਾਲਾ ਹੁੰਦਾ ਉਹ ਕਿਸੇ ਵੀ ਹਾਲਤ ਦੇ ਵਿੱਚ ਗੁਰੂ ਨਾਲੋਂ ਆਪਣੀ ਪ੍ਰੀਤ ਜਾਂ ਆਪਣਾ ਨਾਤਾ ਤੋੜਦਾ ਨਹੀਂ। ਉਹ ਹਮੇਸ਼ਾ ਹੀ ਗੁਰੂ ਦੇ ਚਰਨਾਂ ਵਿੱਚ ਲੱਗਿਆ ਰਹਿੰਦਾ ਹੈ। ਉਹ ਵੱਖਰੀ ਗੱਲ ਹੈ ਸਤਸੰਗ ਜੀ, ਜੇ ਕਿਸੇ ਦਾ ਕੋਈ ਸਰੀਰ ਇਜਾਜ਼ਤ ਨਾ ਦੇਵੇ, ਬਹੁਤ ਜ਼ਿਆਦਾ ਸਰੀਰ ਨੂੰ ਕੋਈ ਪਰੇਸ਼ਾਨੀ ਜਾਂ ਕਸ਼ਟ ਆਵੇ, ਉਸ ਨੂੰ ਨਹੀਂ ਕਹਿੰਦੇ ਵੀ ਮਨ ਕੱਚਾ ਹੈ। ਉਹ ਇੱਕ ਮਜਬੂਰੀ ਹੋ ਸਕਦੀ ਹੈ, ਪਰ ਉਸ ਦੀ ਤਾਂਘ, ਉਸ ਦੀ ਖਿੱਚ ਆਪਣੇ ਗੁਰੂ ਵੱਲ ਬਣੀ ਰਹਿਣੀ ਚਾਹੀਦੀ ਹੈ। ਮਨ ਹਮੇਸ਼ਾ ਅਡੋਲ ਰਹਿਣਾ ਚਾਹੀਦਾ ਹੈ। ਗੁਰੂ ਤੋਂ ਕਦੇ ਵੀ ਭਰੋਸਾ ਘਟੇ ਨਾ, ਟੁੱਟੇ ਨਾ। ਇਸ ਨੂੰ ਮਨ ਦਾ ਪੱਕਾ ਜਾਂ ਦ੍ਰਿੜਤਾ ਕਿਹਾ ਜਾ ਸਕਦਾ। ਸੋ ਇਸ ਲਈ ਗੁਰੂ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਇਸ ਮਨ ਨੂੰ ਦ੍ਰਿੜ ਕਰ, ਇਹ ਮਨੁਆ ਦ੍ਰਿੜ ਕਰ ਰੱਖੀ ਹੈ, ਗੁਰਮੁਖ ਲਾਈ ਹੈ ਚਿੱਤ। ਸੋ ਜਿਹੜੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਨੂੰ ਸੁਣਦੇ ਹਨ, ਗੁਰੂ ਨੂੰ ਦੇਖਦੇ ਹਨ, ਉਹ ਆਪਣੇ ਮਨ ਨੂੰ ਪੱਕਾ ਕਰਕੇ ਰੱਖਦੇ ਹਨ, ਔਰ ਉਹ ਕਦੇ ਵੀ ਗੁਰੂ ਤੋਂ ਟੁੱਟ ਕੇ ਸੰਸਾਰ ਦੀ ਮਾਇਆ ਵੱਲ ਨਹੀਂ ਭੱਜਦੇ। ਔਰ ਕਿਸ ਤਰ੍ਹਾਂ ਉਹ ਕਰਦੇ ਹਨ ਕਿ ਉਹ ਸਾਸ ਗਿਰਾਸ ਵਸਾਰੀਏ, ਬਹਿੰਦਿਆਂ ਉੱਠਦਿਆਂ ਨਿਤ, ਉਹ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਕਾਰਜ ਕਰਦਿਆਂ ਉਸ ਪ੍ਰਮਾਤਮਾ ਨੂੰ ਵਿਸਾਰਦੇ ਨਹੀਂ, ਜਾਂ ਇੰਝ ਵੀ ਕਹਿ ਸਕਦੇ ਹਾਂ ਉਸ ਨੂੰ ਵਿਸਾਰਨਾ ਨਹੀਂ ਚਾਹੀਦਾ। ਮਰਨ ਜੀਵਨ ਕੀ ਚਿੰਤਾ ਗਈ, ਇਹੋ ਜੀੜਾ ਹਰ ਪ੍ਰਭ ਵਸ। ਐਸਾ ਦ੍ਰਿੜ ਮਨ ਵਾਲਾ ਇਨਸਾਨ ਕਹਿੰਦੇ ਪ੍ਰਮਾਤਮਾ ਉਹਦੇ ਹਿਰਦੇ ਵਿੱਚ ਵਸ ਜਾਂਦਾ ਹੈ, ਜਾਂ ਇਹ ਵੀ ਕਹਿ ਸਕਦੇ ਹਾਂ ਹਰੀ ਉਹਦੇ ਵਸ ਆ ਜਾਂਦਾ ਹੈ। ਮਰਨ ਜੀਵਨ ਕੀ ਚਿੰਤਾ ਗਈ, ਇਹੋ ਜੀੜਾ ਹਰ ਪ੍ਰਭ ਵਸ। ਉਸ ਦੀ ਜਨਮ ਮਰਨ ਦੀ ਚਿੰਤਾ, ਮਤਲਬ ਸੰਸਾਰ ਦੀਆਂ ਵਾਸ਼ਨਾਵਾਂ, ਸੰਸਾਰ ਦੇ ਵਿੱਚ ਕੁਝ ਮਿਲ ਜਾਏ ਕੁਝ ਚਲਾ ਜਾਏ, ਇਹ ਚੀਜ਼ਾਂ ਦੀ ਚਿੰਤਾ ਜਿਹੜੀ ਸਾਰੀ ਮੁੱਕ ਜਾਂਦੀ, ਕਿਉਂਕਿ ਉਸਨੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ। ਤੇ ਜਿਹੜਾ ਪ੍ਰਮਾਤਮਾ ਨੂੰ ਆਪਣੇ ਆਪ ਨੂੰ ਪ੍ਰਮਾਤਮਾ ਦੇ ਹਵਾਲੇ ਕਰ ਦਿੰਦਾ ਹੈ, ਪ੍ਰਮਾਤਮਾ ਉਸ ਦੀਆਂ ਸਾਰੀਆਂ ਹੀ ਚਿੰਤਾਵਾਂ, ਦੁੱਖ ਆਪ ਆਪਣੇ ਕੋਲ ਰੱਖ ਲੈਂਦਾ, ਉਹਨਾਂ ਨੂੰ ਮਿਟਾ ਦਿੰਦਾ। ਜਿਉ ਭਾਵੇ ਤੂੰ ਰੱਖ ਤੂੰ ਜਨ ਨਾਨਕ ਨਾਮ ਬਖਸ਼। ਸੋ ਗੁਰੂ ਪਾਤਸ਼ਾਹ ਜੀ, ਗੁਰੂ ਰਾਮਦਾਸ ਮਹਾਰਾਜ ਜੀ ਬੇਨਤੀ ਕਰ ਰਹੇ ਹਨ, ਚੌਥੇ ਨਾਨਕ ਹੀ ਮੇਰੇ ਮਾਲਕ, ਆਪ ਜੀ ਮੈਨੂੰ ਨਾਮ ਦੀ ਦਾਤ ਬਖਸ਼ੋ, ਔਰ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਤਿਵੇਂ ਤੂੰ ਮੈਨੂੰ ਆਪਣੀ ਰਜ਼ਾ ਦੇ ਵਿੱਚ ਰਾਜੀ ਰੱਖੀ। ਮਹੱਲਾ ਤੀਜਾ। ਸੋ ਅਗਲੀਆਂ ਪੰਕਤੀਆਂ ਤੀਜੇ ਪਾਤਸ਼ਾਹ ਦੀਆਂ। ਮਨਮੁਖ ਅਹੰਕਾਰੀ ਮਹਿਲ ਨ ਜਾਣੇ, ਖਿਨ ਆਗਿਆ ਖਿਨ ਪਿੱਛੈ। ਸੋ ਇੱਥੇ ਵਿਸ਼ਾ ਅਲੱਗ ਹੋ ਗਿਆ। ਮਨਮੁਖ ਉਹ ਅਹੰਕਾਰ ਦੇ ਵਿੱਚ ਜੀਵਨ ਜੀ ਰਹੇ ਇਨਸਾਨ ਦੇ ਬਾਰੇ ਦੱਸ ਦਿੱਤਾ। ਮਨਮੁਖ ਅਹੰਕਾਰੀ ਮਹਿਲ ਨਾ ਜਾਣੇ। ਮਹਿਲ ਦਾ ਮਤਲਬ ਵੀ ਉਹ ਜਗ੍ਹਾ ਜਿੱਥੇ ਰੱਬ ਦੀ ਕੀਰਤੀ ਸਤਸੰਗ ਹੁੰਦਾ, ਜਿੱਥੇ ਰੱਬ ਦੀ ਸਿਫਤ ਸਲਾਹ ਹੁੰਦੀ ਹੈ। ਮਨਮੁਖ ਬੰਦਾ ਜਾਂ ਅਹੰਕਾਰ ਦੇ ਵਿੱਚ
ਲੱਗਾ ਹੋਇਆ ਇਨਸਾਨ ਜਿਹੜਾ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਵੀ ਉਹ ਸਤ ਸੰਗਤ ਦੀ ਕੀਮਤ ਨੂੰ ਨਹੀਂ ਜਾਣਦਾ, ਸਤ ਸੰਗ ਨੂੰ ਨਹੀਂ ਪਹਿਚਾਣਦਾ। ਮਨਮੁਖ ਅਹੰਕਾਰੀ ਮਹਿਲ ਨ ਜਾਣੇ, ਕਿਨ ਆਗੇ ਕਿਨ ਪਿੱਛੇ। ਉਹ ਮਾਸਾ ਵੀ ਥੋੜਾ ਜਿੰਨਾ ਵੀ ਉਹ ਸੰਗਤ ਦੇ ਬਾਰੇ ਜਾਣਦਾ ਨਹੀਂ ਤੇ ਪਰਵਾਹ ਨਹੀਂ ਕਰਦਾ। ਉਹਦੇ ਲਈ ਕੋਈ ਸਤਸੰਗ ਕਰਦਾ ਹੋਵੇ ਉਹਦੇ ਲਈ ਕੁਝ ਵੀ ਨਹੀਂ, ਉਸ ਲਈ ਕੁਝ ਵੀ ਨਹੀਂ। ਉਹਦੇ ਲਈ ਹੋਰ ਗਲਤ ਚੀਜ਼ਾਂ ਬਹੁਤ ਕੁਛ ਹਨ। ਜਿਹੜਾ ਸਤਸੰਗ ਹੈ, ਕੀਰਤਨ ਹੈ, ਕਥਾ ਹੈ, ਮਨਮੁਖ ਜਾਂ ਹੰਕਾਰੀ ਦੇ ਲਈ ਉਹ ਕੁਝ ਵੀ ਨਹੀਂ। ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਹਿ ਸਿਜੈ। ਉਸ ਨੂੰ ਜਿੰਨਾ ਮਰਜ਼ੀ ਸੱਦਦੇ ਰਹੋ, ਉਸ ਨੂੰ ਜਿੰਨਾ ਮਰਜ਼ੀ ਸੁਣਾਉਂਦੇ ਰਹੋ, ਉਹਨੂੰ ਜਿੰਨਾ ਮਰਜ਼ੀ ਮਹਾਰਾਜ ਜੀ ਕਹਿੰਦੇ ਤੁਸੀਂ ਮੋਲਡ ਕਰਨ ਦਾ ਯਤਨ ਕਰੋ ਕਿ ਆ ਜਾ ਇੱਧਰ, ਆ ਜਾ ਇੱਧਰ, ਸਦਾ ਬੁਲਾਈਏ ਉਹਨੂੰ, ਭਾਵੇਂ ਸਦਾ ਹੀ ਜੋ ਮਰਜ਼ੀ ਲੈਕਚਰ ਕਰਦੇ ਰਹੋ, ਮਹਿਲ ਨਾ ਆਵੇ। ਉਹ ਸਤਸੰਗ ਵਿੱਚ ਆਉਂਦਾ ਹੀ ਨਹੀਂ। ਉਹ ਕਹਿੰਦਾ ਨਹੀਂ ਭਾਈ ਤੂੰ ਜਾ, ਤੂੰ ਜਾ, ਇਹ ਤੁਹਾਡਾ ਹੀ ਕੰਮ ਹੈ, ਅਸੀਂ ਪਾਪੀ ਬੰਦੇ ਕਿੱਥੇ ਇਸ ਜੋਗੇ ਹਾਂ। ਇੱਦਾਂ ਦੀ ਗੱਲ ਹੰਕਾਰ ਵਾਲੀ। ਤੁਸੀਂ ਜਾਓ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਹਿ ਸਿਜੈ। ਫਿਰ ਗੁਰੂ ਅਮਰਦਾਸ ਜੀ ਇਸ ਪੰਕਤੀ ਵਿੱਚ ਫਰਮਾਨ ਕਰਦੇ ਹਨ, ਉਹਦੀ ਖਲਾਸੀ ਕਿਵੇਂ ਹੋਏਗੀ, ਦਰਗਾਹ ਦੇ ਵਿੱਚ ਸੁਰਖਰੂ ਕਿਵੇਂ ਹੋਏਗਾ ਉਹ ਜਿਹੜਾ ਸਤ ਸੰਗਤ ਵਿੱਚ ਨਹੀਂ ਆਉਂਦਾ। ਕਿਉਂਕਿ ਮਹਾਰਾਜ ਜੀ ਕਹਿੰਦੇ ਜਿਹੜਾ ਸਤ ਸੰਗ ਵਿੱਚ ਆਉਂਦਾ ਹੈ ਤੇ ਉਹਦਾ ਸਾਰਾ ਕੁਝ, ਉਹਦੇ ਪੂਰਬਲੇ ਕਰਮ, ਮਾੜੇ ਕਰਮ, ਉਹਦੇ ਪਾਪ ਸਾਰੇ ਕੱਟੇ ਜਾਂਦੇ ਨੇ। ਉਹਦੀ ਬੰਜਰ ਹਿਰਦੇ ਰੂਪੀ ਧਰਤੀ ਹਰੀ ਹੋ ਜਾਂਦੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇਸ ਤਰ੍ਹਾਂ ਹੋ ਜਾਂਦਾ। ਤੇ ਜੋ ਸੰਗਤ ਨਹੀਂ ਕਰਦਾ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੈ ਧ੍ਰਿਗ ਜੀਵਾਸ। ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਕਿਉਂ ਕਰ ਦਰਗਹਿ ਸਿਜੈ। ਉਹ ਦਰਗਾਹ ਦੇ ਵਿੱਚੋਂ ਸੁਰਖਰੂ ਕਿਵੇਂ ਹੋ ਸਕਦਾ ਹੈ? ਜੇ ਉਹ ਸੁਰਖਰੂ ਨਾ ਹੋਇਆ, ਇਹਦਾ ਮਤਲਬ ਉਹਦਾ ਲੇਖਾ ਰਹਿ ਗਿਆ। ਤੇ ਜਿਸ ਦਾ ਲੇਖਾ ਰਹਿ ਗਿਆ ਉਹਨੂੰ ਫਿਰ ਜਨਮ ਮਰਨ ਦੇ ਚੱਕਰ ਦੇ ਵਿੱਚ ਆਉਣਾ ਜਾਣਾ ਪਏਗਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਸਤ ਸੰਗਤ ਕਰ, ਤੈਨੂੰ ਸੁਰਖਰੂ ਕਰ ਦਿੱਤਾ ਜਾਏਗਾ, ਤੇਰੇ ਲੇਖ ਕਰਮ ਕੱਟ ਦਿੱਤੇ ਜਾਣਗੇ। ਸਤਿਗੁਰ ਕਾ ਮਹਿਲ ਵਿਰਲਾ ਜਾਣੇ, ਸਦਾ ਰਹੇ ਕਰ ਜੋੜ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸਤਿਗੁਰ ਦੇ ਉਸ ਸਤ ਸੰਗ ਦਾ ਫਲ, ਸਤ ਸੰਗਤ ਦੀ ਕੀਮਤ ਨੂੰ ਕੋਈ ਵਿਰਲਾ ਵਿਰਲਾ ਹੀ ਪਹਿਚਾਣਦਾ ਤੇ ਜਾਣਦਾ। ਜਗ ਮੈਂ ਉਤਮ ਕਾਢੀਏ ਵਿਰਲੇ ਕਈ ਕੇ, ਸਤਿਗੁਰ ਕਾ ਮਹਿਲ ਵਿਰਲਾ ਜਾਣੇ, ਸਦਾ ਰਹੇ ਕਰ ਜੋੜ। ਉਹ ਆਪਣੇ ਆਪ ਨੂੰ ਨੀਵਾਂ ਰੱਖ ਕੇ ਨਿਮਰਤਾ ਦੇ ਵਿੱਚ ਸਦਾ ਹੀ ਆਪਣੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ। ਜਿਸ ਤੇ ਪ੍ਰਮਾਤਮਾ ਮਿਹਰ ਕਿਰਪਾ ਦਇਆ ਕਰੇ, ਨਾਨਕ ਲਏ ਬਹੋੜ। ਪਾਤਸ਼ਾਹ ਜੀ ਕਹਿੰਦੇ ਉਹਨੂੰ ਗਲਤ ਰਸਤੇ ਤੋਂ ਮੋੜ ਲੈਂਦਾ ਹੈ। ਜਦੋਂ ਅਸੀਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਾਂ, ਬੜੀ ਵਾਰ ਸੁਣਿਆ, ਤੇ ਸਾਨੂੰ ਫਿਰ ਸੱਚੇ ਪਾਤਸ਼ਾਹ ਗਲਤ ਰਸਤੇ ਜੇ ਅਸੀਂ ਪੈਣ ਵੀ ਲੱਗੀਏ ਤੇ ਗੁਰੂ ਮਹਾਰਾਜ ਜੀ ਸਾਡਾ ਬਚਾਅ ਕਰ ਦਿੰਦੇ ਨੇ। ਸਾਡੇ ਮਨ ਵਿੱਚ ਆਪ ਹੀ ਐਸਾ ਫੁਰਨਾ ਲਿਆ ਕੇ ਉਸ ਗਲਤ ਕਰਮ ਵੱਲ, ਉਸ ਗਲਤ ਜਗ੍ਹਾ ਵੱਲ ਮਹਾਰਾਜ ਜੀ ਜਾਣ ਹੀ ਨਹੀਂ ਦਿੰਦੇ, ਭਾਵੇਂ ਬੰਦਾ ਤੁਰਿਆ ਵੀ ਕਿਉਂ ਨਾ ਹੋਵੇ। ਧਿਆਨ ਦੇਣਾ, ਜਿਸ ਵੱਲ ਸਤਿਗੁਰੂ ਜੀ ਹੋ ਜਾਂਦੇ ਹੈ ਨਾ, ਕਈ ਵਾਰ ਮਨੁੱਖ ਦਾ ਦਿਮਾਗ ਕੰਮ ਨਹੀਂ ਕਰਦਾ, ਪਰੇਸ਼ਾਨੀ ਦੇ ਵਿੱਚ, ਦੁੱਖ ਵਿੱਚ ਕਈ ਵਾਰ ਘਰੋਂ ਨਿਕਲ ਜਾਂਦਾ। ਧਿਆਨ ਦੇਣਾ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕਿੱਧਰ ਜਾਣਾ।
ਉਸ ਨੂੰ ਪਤਾ ਨਹੀਂ ਲੱਗਦਾ ਮੈਂ ਕਿੱਧਰ ਜਾਣਾ। ਕਈ ਵਾਰੀ ਮਨੁੱਖ ਦੇ ਜੀਵਨ ਦੇ ਵਿੱਚ ਇੱਦਾਂ ਦਾ ਸਮਾਂ ਵੀ ਆ ਜਾਂਦਾ, ਇੰਨੀ ਪਰੇਸ਼ਾਨੀ ਵੀ ਹੋ ਜਾਂਦੀ ਹੈ ਘਰਾਂ ਦੇ ਵਿੱਚ, ਉਹ ਛੇਤੀ ਛੇਤੀ ਬਾਹਰ ਨਿਕਲਦਾ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕਿੱਧਰ ਜਾਵਾਂ, ਕਿਹਨੂੰ ਮਿਲਾਂ, ਕਿੱਥੇ ਬੈਠਾਂ। ਉਸ ਸਮੇਂ ਪਤਾ ਕੀ ਹੁੰਦਾ, ਬਾਣੀ ਦੀ ਪੰਕਤੀ ਪੜ੍ਹਦੇ ਹਾਂ, ਉਸ ਸਮੇਂ ਜਿਸ ਦਾ ਰਾਖਾ, ਜਿਸ ਦਾ ਪਿਆਰਾ ਸਤਿਗੁਰੂ ਹੁੰਦਾ ਹੈ ਨਾ, ਮਹਾਰਾਜ ਜੀ ਉਸ ਦੀ ਬਾਂਹ ਫੜ ਕੇ ਉਹਨੂੰ ਸਹੀ ਰਸਤੇ ਤੋਰ ਦਿੰਦਾ ਹੈ। ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰੂ ਵਡਭਾਗੀ ਪਾਇਆ। ਮਹਾਰਾਜ ਜੀ ਉਹਨੂੰ ਗਲਤ ਪਾਸੇ ਨਹੀਂ ਜਾਣ ਦਿੰਦੇ, ਉਹਨੂੰ ਕੁਝ ਗਲਤ ਕਰ ਨਹੀਂ ਦਿੰਦੇ, ਆਪ ਹੀ ਉਹਦੇ ਵਿੱਚ ਬੈਠ ਕੇ ਵਰਤ ਕੇ ਉਹਨੂੰ ਸਹੀ ਰਸਤਾ ਦਿਖਾ ਦਿੰਦੇ ਨੇ। ਪਰ ਉਸ ਨੂੰ ਦਿਖਾਉਂਦੇ ਨੇ ਜਿਸ ਦੀ ਉਹਦੇ ਨਾਲ ਬਣ ਆਈ ਹੋਵੇ, ਜਿਹੜਾ ਉਸ ਨੂੰ ਮਿਲਿਆ ਹੋਵੇ, ਜਿਹੜਾ ਉਸ ਨੂੰ ਯਾਦ ਕਰਦਾ ਹੋਵੇ। ਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਤੇ ਗੁਰੂ ਫਿਰ ਉਹਦੇ ਅੰਗ ਸੰਗ ਵਰਤਦਾ। ਇਹ ਐਵੇਂ ਨਹੀਂ ਲਿਖਿਆ ਵੀ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਜਿੱਧਰੋਂ ਸਾਨੂੰ ਖੈਰ ਪੈਣੀ ਹੋਵੇ, ਜਿੱਥੋਂ ਸਾਡਾ ਭਲਾ ਹੋਣਾ ਹੋਵੇ, ਤੁਸੀਂ ਦੇਖ ਲੈਣਾ ਕਈ ਵਾਰ ਜੇ ਰੱਬ ਨਾਲ ਜੁੜੇ ਹੋਏ ਹੋਵੋਗੇ, ਤੁਹਾਨੂੰ ਪਰਮਾਤਮਾ ਲੈ ਕੇ ਉਧਰ ਪਾਸੇ ਜਾਏਗਾ ਜਿੱਧਰੋਂ ਸਫਲਤਾ ਮਿਲਣੀ। ਕਿਉਂਕਿ ਮਹਾਰਾਜ ਜੀ ਕਹਿੰਦੇ ਨਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਪੰਕਤੀਆਂ ਕੋਈ ਐਵੇਂ ਨਹੀਂ ਲਿਖੀਆਂ, ਮਹਾਰਾਜ ਉਹਨਾਂ ਨੂੰ ਪ੍ਰੇਰਨਾ ਹੀ ਐਸੀ ਦੇ ਦਿੰਦੇ ਹਨ, ਉਹਨਾਂ ਨੂੰ ਭੇਜਦੇ ਹੀ ਉਧਰ ਹਨ, ਉਹਨਾਂ ਨੂੰ ਤੋਰਦੇ ਹੀ ਉਧਰ ਹਨ ਜਿੱਥੇ ਸਫਲਤਾ ਮਿਲਣੀ ਹੋਵੇ। ਉਹਨਾਂ ਨੂੰ ਭਟਕਣ ਨਹੀਂ ਦਿੰਦੇ, ਉਹਨਾਂ ਦੀ ਭਟਕਣਾ, ਉਹਨਾਂ ਦੀ ਦੁਬਦਾ ਭਰਮ ਆਉਣ ਹੀ ਨਹੀਂ ਦਿੰਦੇ, ਤੇ ਸਿੱਧੇ ਰਸਤੇ ਲੈ ਕੇ ਜਾਂਦੇ ਹਨ। ਸੋ ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਪ੍ਰਭੂ ਪਿਆਰਾ ਆਪਣੀ ਮਿਹਰ ਜਿਸ ਤੇ ਕਰਦਾ, ਉਸ ਨੂੰ ਗਲਤ ਪਾਸੇ ਨਹੀਂ ਜਾਣ ਦਿੰਦਾ। ਗਲਤ ਪਾਸੇ ਤੋਂ ਮੋੜ ਕੇ ਮਹਾਰਾਜ ਜੀ ਆਵਾਜ਼ ਦਿੰਦੇ ਨੇ, ਓਏ ਰੁਕ ਜਾ। ਕੀ ਕਹਿੰਦੇ ਨੇ? ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਆਪਣੇ ਘਰ ਨੂੰ ਆ ਜਾ। ਤੈਨੂੰ ਬਾਣੀ ਆਵਾਜ਼ਾਂ ਮਾਰਦੀ ਐ, ਤੂੰ ਆਪਣੇ ਘਰ ਵਿੱਚ ਆ। ਕਿਹੜਾ ਘਰ? ਹਿਰਦੇ ਰੂਪੀ ਘਰ, ਜਿੱਥੇ ਤੇਰਾ ਮਾਲਕ ਬੈਠਾ ਤੇਰੀ ਉਡੀਕ ਕਰਦਾ। ਉਸ ਘਰ ਦੇ ਵਿੱਚ ਆ ਕੇ ਦੇਖ ਤੇ ਤੈਨੂੰ ਅਡੋਲਤਾ ਮਿਲੇਗੀ, ਤੈਨੂੰ ਸ਼ਾਂਤੀ ਮਿਲੇਗੀ। ਪਰ ਆਪਣੇ ਘਰ ਨੂੰ ਆਉਣਾ ਪਏਗਾ, ਆਪਣੇ ਘਰ ਵਿੱਚ ਬਹਿਣਾ ਪਏਗਾ। ਆਪਣੇ ਘਰ ਵਰਗੀ ਮੌਜ ਨਹੀਂ, ਆਪਣੇ ਘਰ ਵਰਗੀ ਮੌਜ ਨਹੀਂ। ਸੋ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਉਹ ਰਹਿੰਦਾ ਹੈ। ਇਸ ਕਰਕੇ ਆਪਣੇ ਘਰ ਨੂੰ ਜਾਣਾ ਚਾਹੀਦਾ, ਆਪਣੇ ਘਰ ਵਿੱਚ ਬੈਠਣਾ ਚਾਹੀਦਾ। ਪੌੜੀ ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਅਗਲੀ ਪੌੜੀ ਦੇ ਵਿੱਚ ਵੀ ਵਿਸ਼ਾ ਬਦਲ ਗਿਆ, ਸੇਵਾ ਦਾ ਵਿਸ਼ਾ ਆ ਗਿਆ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤੀਜੇ ਪਾਤਸ਼ਾਹ, ਵੀ ਸੇਵਾ ਉਹੀ ਹੈ ਜਿਸ ਦੇ ਨਾਲ ਸਤਿਗੁਰ ਰੀਝ ਜਾਏ, ਜਿਸ ਨਾਲ ਸਤਿਗੁਰੂ ਜੀ ਖੁਸ਼ ਹੋ ਜਾਣ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜੇ ਸਤਿਗੁਰੂ ਜੀ ਦਾ ਮਨ ਮੰਨੇ, ਮਤਲਬ ਸਤਿਗੁਰੂ ਜੀ ਸੇਵਾਦਾਰ ਦੀ ਸੇਵਾ ਤੇ ਖੁਸ਼ ਹੋਣ। ਗੁਰੂ ਮਹਾਰਾਜ ਜੀ ਦੇ ਕੋਲ ਬਹੁਤ ਸਿੱਖ ਰਹਿੰਦੇ ਸਨ। ਗੁਰੂ ਪਾਤਸ਼ਾਹ ਨੂੰ ਇੰਪ੍ਰੈਸ ਕਰਨ ਵਾਸਤੇ ਸਾਰੇ ਹੀ ਸਿੱਖ ਜਿਹੜੇ ਸੀ ਉਹ ਸੇਵਾ ਕਰਦੇ ਸਨ। ਪਰ ਸੇਵਾ ਕਿਹਨਾਂ ਦੀ ਥਾਏ ਪੈਂਦੀ ਸੀ, ਸੇਵਾ ਕਿਹਨਾਂ ਦੀ ਪ੍ਰਵਾਨ ਹੁੰਦੀ ਸੀ? ਜਿਹੜੇ ਸਤਿਗੁਰੂ ਨੂੰ ਰਿਝਾ ਦਿੰਦੇ ਸੀ, ਅੰਦਰੋਂ ਖੁਸ਼ ਕਰ ਦਿੰਦੇ ਸੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸੋ ਇਹਦੇ ਬਾਰੇ ਬਹੁਤ ਵੱਡਾ ਇਹ ਵਿਸ਼ਾ ਹੈ। ਜਿਸ ਸੇਵਾ ਦੇ ਬਦਲੇ ਪਹਿਲਾਂ ਹੀ
ਕੋਈ ਮਨ ਦੇ ਵਿੱਚ ਚੀਜ਼ ਰੱਖ ਲਈਏ, ਕਾਮਨਾ ਰੱਖ ਲਈਏ, ਧਿਆਨ ਦੇਣਾ ਗੁਸਤਾਖੀ ਮਾਫ ਕਾਮਨਾ ਤੇ ਪੂਰੀ ਹੋ ਜਾਏਗੀ, ਪਰ ਪੂਰਨ ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਬਾਣੀ ਵਿੱਚ ਇਸ ਦਾ ਹਵਾਲਾ ਦਿੱਤਾ ਹੋਇਆ। ਸੇਵਾ ਦੇ ਬਦਲੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਇਹ ਨਾ ਭਜਨ ਦੇ ਬਦਲੇ ਤੇ ਜੇ ਕੋਈ ਮੰਗੇ ਤੇ ਇਹ ਤੇ ਮਿਲ ਹੀ ਜਾਣਾ। ਪਰ ਜੇ ਕਿਸੇ ਨੇ ਸਤਿਗੁਰ ਨੂੰ ਪ੍ਰਾਪਤ ਕਰਨਾ, ਜਿਨ੍ਹਾਂ ਨੇ ਵੀ ਸਤਿਗੁਰ ਨੂੰ ਪ੍ਰਾਪਤ ਕੀਤਾ, ਸਤਿਗੁਰਾਂ ਨੇ ਪੁੱਛਿਆ ਤੁਹਾਨੂੰ ਕੀ ਚਾਹੀਦਾ? ਉਹਨਾਂ ਨੇ ਇਹ ਗੱਲ ਕਹੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਉਹਨਾਂ ਨੇ ਚਰਨਾਂ ਕਮਲਾਂ ਦਾ ਜਦੋਂ ਪ੍ਰੇਮ ਪਿਆਰ ਮੰਗਿਆ ਤੇ ਮਹਾਰਾਜ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਸਭ ਕੁਛ ਦੇ ਦਿੱਤਾ। ਸੇਵਾ ਕਰਤ ਹੋਏ ਨਹਿ ਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਸੋ ਜੋ ਸੇਵਾ ਕਰਦਾ ਕੋਈ ਕਿਸੇ ਸਵਾਰਥ ਜਾਂ ਲਾਲਚ ਤੋਂ ਬਿਨਾਂ, ਧਿਆਨ ਦੇਣਾ, ਫਿਰ ਗੁਰੂ ਮਹਾਰਾਜ ਜੀ ਸੋਚਦੇ ਨੇ ਵੀ ਇਹ ਸੇਵਾ ਕਰਕੇ ਚੁੱਪਚਾਪ ਚਲਿਆ ਗਿਆ, ਹੁਣ ਇਹਨੂੰ ਕੀ ਦਈਏ? ਕਿਉਂਕਿ ਕੋਈ ਵੀ ਸੇਵਾ ਛੋਟੀ ਨਹੀਂ ਹੁੰਦੀ, ਹਰ ਸੇਵਾ ਦਾ ਫਲ ਬਹੁਤ ਵੱਡਾ ਹੁੰਦਾ। ਗੁਰੂ ਘਰ ਦੇ ਵਿੱਚ ਕੋਈ ਵੀ ਤੁਸੀਂ ਸੇਵਾ ਕਰੋ, ਕਿਸੇ ਵੀ ਕਿਸਮ ਦੀ, ਕਦੇ ਵੀ ਕਿਸੇ ਵੀ ਸੇਵਾ ਨੂੰ ਛੋਟੀ ਵੱਡੀ ਨਾ ਕਹਿਣਾ, ਉਸ ਦਾ ਫਲ ਬਹੁਤ ਵੱਡਾ ਹੁੰਦਾ। ਤੁਸੀਂ ਸੇਵਾ ਕਰਕੇ ਚਲੇ ਜਾਓ ਚੁੱਪਚਾਪ, ਗੁਰੂ ਸੋਚਣ ਤੇ ਮਜਬੂਰ ਹੋ ਜਾਏ ਵੀ ਇਹਨੂੰ ਸੇਵਾ ਦੇ ਬਦਲੇ ਕੀ ਦਈਏ, ਇਸਨੇ ਕੁਛ ਵੀ ਨਹੀਂ ਮੰਗਿਆ। ਜਿਵੇਂ ਬੜੀ ਵਾਰ ਸਾਖੀ ਸੁਣੀ, ਅਸੀਂ ਪੂਰੀ ਨਹੀਂ ਲੈਂਦੇ, ਵੀ ਭਾਈ ਗੋਪਾਲੇ ਦੀ ਬਾਣੀ ਸੁਣਾਉਣ ਦੀ ਸੇਵਾ ਬਦਲੇ ਮਹਾਰਾਜ ਜੀ ਨੂੰ ਸੋਚਣਾ ਪਿਆ ਵੀ ਇਹਨੂੰ ਕੀ ਦੇ ਦਈਏ। ਇੱਕ ਜਪਜੀ ਸਾਹਿਬ ਸੁਣਾਇਆ, ਅਸੀਂ ਰੋਜ਼ ਪੜ੍ਹਦੇ ਹਾਂ ਸਾਰੇ, ਪਰ ਗੁਰੂ ਮਹਾਰਾਜ ਜੀ ਇੰਨੇ ਪ੍ਰਸੰਨ ਤੇ ਖੁਸ਼ ਹੋਏ, ਇੰਨੇ ਖੁਸ਼ ਹੁੰਦੇ ਨੇ ਸੇਵਾ ਬਦਲੇ, ਵੀ ਜੇ ਕੋਈ ਮੰਗੇ ਨਾ ਕੁਛ, ਉਹਦੇ ਬਦਲੇ ਗੁਰੂ ਮਹਾਰਾਜ ਜੀ ਫਿਰ ਆਪ ਉਹ ਕੁਛ ਦਿੰਦੇ ਨੇ। ਅਗਲੀਆਂ ਪੰਕਤੀਆਂ ਵਿੱਚ ਆ ਰਿਹਾ, ਇਨਸਾਨ ਸੋਚ ਨਹੀਂ ਸਕਦਾ ਮੇਰੀ ਇੰਨੀ ਸੇਵਾ ਬਦਲੇ ਮੈਨੂੰ ਇੰਨਾ ਕੁਛ ਮਿਲ ਜਾਣਾ, ਮੈਨੂੰ ਇੰਨਾ ਕੁਛ ਮਿਲ ਜਾਣਾ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜੇ ਸਤਿਗੁਰ ਜੀ ਖੁਸ਼ ਹੋ ਜਾਣ, ਜੇ ਸਤਿਗੁਰ ਜੀ ਮਹਾਰਾਜ ਜੀ ਪ੍ਰਸੰਨ ਹੋ ਜਾਣ, ਤੇ ਸਾਧ ਸੰਗਤ ਜੀ ਫਿਰ ਸੇਵਾ ਜਿਹੜੀ ਕੀਤੀ ਹੈ ਨਾ, ਉਹ ਥਾਏ ਪੈ ਜਾਂਦੀ ਹੈ, ਥਾਏ ਪੈ ਜਾਂਦੀ ਹੈ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਕਸਮਲ ਮਤਲਬ ਪਾਪ, ਭੰਨੇ ਮਤਲਬ ਨਾਸ਼ ਹੋ ਜਾਂਦੇ ਹਨ। ਜੇ ਸਤਿਗੁਰ ਜੀ ਖੁਸ਼ ਹੋ ਜਾਣ, ਜੇ ਸਤਿਗੁਰ ਜੀ ਖੁਸ਼ ਹੋ ਜਾਣ, ਤੇ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ, ਤੇ ਇਸ ਦੇ ਤਮਾਮ ਕਰਮ ਮਾੜੇ, ਇਸ ਦੇ ਕੀਤੇ ਹੋਏ ਅਪਰਾਧ ਪਾਪ ਉਹ ਸਤਿਗੁਰੂ ਜੀ ਬਖਸ਼ ਦਿੰਦੇ ਨੇ, ਇੱਥੋਂ ਤੱਕ ਬਿਲਕੁਲ ਖਤਮ ਹੀ ਕਰ ਦਿੰਦੇ ਹਨ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਔਰ ਜਿਹੜੇ ਸਿੱਖ ਹੁੰਦੇ ਨੇ, ਗੁਰੂ ਦੇ ਪਿਆਰੇ ਹੁੰਦੇ ਹਨ, ਉਹ ਆਪਣੇ ਗੁਰੂ ਦੇ ਉਪਦੇਸ਼ ਨੂੰ ਬਹੁਤ ਹੀ ਪ੍ਰੇਮ ਦੇ ਨਾਲ, ਬੜੇ ਹੀ ਚਾਅ ਦੇ ਨਾਲ ਆਪਣੇ ਕੰਨਾਂ ਨਾਲ ਸੁਣਦੇ ਨੇ ਵੀ ਇਹ ਸਾਡੇ ਸਤਿਗੁਰ ਦਾ ਸਾਡੇ ਲਈ ਹੁਕਮ ਹੈ, ਸਾਡਾ ਇਹਦੇ ਨਾਲ ਭਲਾ ਹੋ ਜਾਣਾ। ਬੜੇ ਧਿਆਨ ਦੇ ਨਾਲ ਆਪਣੇ ਗੁਰੂ ਦੇ ਉਪਦੇਸ਼ ਨੂੰ ਸੁਣੀਏ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿੰਨ ਚੜੀ ਚਵਗਣ ਵੰਨੇ। ਜੋ ਆਪਣੇ ਸਤਿਗੁਰ ਦੇ ਹੁਕਮ ਭਾਣੇ ਨੂੰ ਸਿਦਕ ਵਿੱਚ ਲਿਆਉਂਦੇ ਹਨ, ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੂੰ ਦਿਨੋਂ ਦਿਨ ਗੁਰਬਾਣੀ ਜਾਂ ਨਾਮ ਦਾ ਰੰਗ ਚੜ੍ਹਦਾ ਜਾਂਦਾ। ਜਿਨ੍ਹਾਂ ਦੇ ਉੱਪਰ ਸਤਿਗੁਰ ਦੀ ਮਿਹਰ ਜਾਂ ਸਤਿਗੁਰ ਦਾ ਜੋ ਭਾਣਾ ਮੰਨਦੇ ਨੇ, ਹੁਕਮ ਮੰਨਦੇ ਨੇ, ਦਿਨੋਂ ਦਿਨ ਉਹਨਾਂ ਦੀ ਆਤਮਕ ਅਵਸਥਾ ਜਿਹੜੀ ਹੈ ਉਹ ਉੱਚੀ ਹੁੰਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਜਾਂ ਜੀ ਕਹਿ ਸਕਦੇ ਹਾਂ ਆਤਮਕ ਬਲ ਜਿਹੜਾ ਹੈ, ਆਤਮਕ ਸ਼ਕਤੀ ਜਿਹੜੀ ਹੈ, ਉਹਦੇ ਵਿੱਚ ਵਾਧਾ ਹੁੰਦਾ ਹੈ। ਜਾਂ ਇੰਝ ਵੀ ਕਹਿ ਸਕਦੇ ਹਾਂ ਆਤਮਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿੰਨ ਚੜੀ ਚਵਗਣ ਵੰਨੇ। ਭਾਣਾ ਹੁਕਮ ਨੂੰ ਵੀ ਕਹਿੰਦੇ ਹਨ, ਭਾਣੇ ਦੇ ਅਰਥ ਕਈ ਹਨ।
ਸੋ ਇੱਥੇ ਅਸੀਂ ਹੁਕਮ ਲੈਂਦੇ ਹਾਂ, ਜੋ ਗੁਰੂ ਦੇ ਹੁਕਮ ਭਾਣੇ ਨੂੰ ਮੰਨਦਾ ਉਹ ਦਿਨੋਂ ਦਿਨ ਆਤਮਿਕ ਤੌਰ ਤੇ ਬਲਵਾਨ ਹੁੰਦਾ ਜਾਏਗਾ। ਉਸ ਦੇ ਅੰਦਰਲੀ ਕਮਜ਼ੋਰੀ ਜਿਹੜੀ ਹੈ ਦੂਰ ਹੁੰਦੀ ਜਾਏਗੀ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਸਤਿਗੁਰ ਦੀ ਇਹ ਸਿੱਖਿਆ ਸੁਣ ਕੇ ਜੋ ਹਰੀ ਦੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਭਿੱਜਦਾ, ਪਾਤਸ਼ਾਹ ਜੀ ਕਹਿੰਦੇ ਉਹ ਸਤਿਗੁਰ ਦੇ ਸਨਮੁਖ ਰਹਿਣ ਵਾਲਾ ਬਹੁਤ ਹੀ ਇੱਕ ਪਿਆਰਾ ਔਰ ਨਿਰਾਲਾ ਜਿਹਾ ਗੁਰੂ ਦਾ ਸਿੱਖ ਹੁੰਦਾ। ਇਹ ਚਾਲ ਨਿਰਾਲੀ, ਜਿੰਝ ਵੀ ਪੜ੍ਹ ਸਕਦੇ ਹਾਂ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਾ ਮਾਰਗ ਚੱਲਣਾ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਉਹ ਗੁਰੂ ਦੇ ਹੁਕਮ ਨੂੰ, ਗੁਰੂ ਦੀ ਸਿਫਤ ਨੂੰ ਸੁਣ ਕੇ ਉਸ ਦਾ ਮਨ ਭਿੱਜਦਾ, ਜਾਂ ਇੰਝ ਕਹਿ ਸਕਦੇ ਹਾਂ ਉਸ ਦਾ ਮਨ ਠੰਡਾ ਹੁੰਦਾ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਗੁਰੂ ਮਿਹਰ ਕਰੇ ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ, ਔਰ ਬਾਣੀ ਦੀ ਇੱਕ ਪੰਕਤੀ ਕਿਸੇ ਦੇ, ਇੱਕ ਅੱਖਰ ਵੀ ਕਿਸੇ ਦੇ ਅੰਦਰ ਵਸ ਗਿਆ ਤੇ ਸਤਸੰਗ ਜੀ ਉਸ ਦਾ ਭਲਾ ਹੋ ਜਾਣਾ। ਬੇਨਤੀ ਹੈ ਸਤਸੰਗ ਜੀ, ਬਾਹਰ ਬਰਾਂਡੇ ਦੇ ਵਿੱਚ ਕੁਝ ਚਾਦਰਾਂ ਪਈਆਂ ਹੋਈਆਂ ਹਨ, ਜੇ ਕੋਈ ਸੇਵਾ ਕਰਨੀ ਚਾਹਵੇ ਇੱਕ ਇੱਕ ਚਾਦਰ ਲਿਜਾ ਕੇ ਆਪ ਜੀ ਧੋ ਕੇ ਲਿਆ ਸਕਦੇ ਹੋ। ਸੋ ਜਿਵੇਂ ਆਪ ਜੀ ਦਾ ਮਨ ਕਰੇ, ਕੋਈ ਬੰਦਿਸ਼ ਨਹੀਂ ਹੈ। ਸੋ ਜੋ ਲੈ ਕੇ ਜਾ ਸਕਦਾ ਹੋਵੇ ਇੱਕ ਇੱਕ ਚਾਦਰ ਦੀ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।